ਕੰਟੀਨਿਊ ਕਰਦੇ ਹਾਂ ਜੀ। ਦ ਟੈਂਡੈਂਸੀ ਫॉर ਇਨਕਰੀਜ਼ਡ ਲਿਟੀਗੇਸ਼ਨ ਮੀਨ ਕੇਸ ਜ਼ਿਆਦਾ ਹੁਣ ਦਰਜ ਹੋਣ ਲੱਗ ਗਏ, ਜ਼ਿਆਦਾ ਮੁਕੱਦਮੇਬਾਜ਼ੀ ਹੋਣ ਲੱਗ ਗਈ। was visible after the introduction of land settlement system of Lord Cornwallis in 1793। ਇਸ ਤੋਂ ਬਾਅਦ ਮੁਕੱਦਮੇਬਾਜ਼ੀ ਵੱਧ ਗਈ। The reason for this is normally traced to which of the following provisions। ਜਿਹੜਾ ਲॉर्ड ਕੌਰਨਵਾਲਿਸ ਲੈਂਡ ਸੈਟਲਮੈਂਟ ਸਿਸਟਮ ਲੈ ਕੇ ਆਇਆ ਸੀ, ਬੇਸਿਕਲੀ ਲੈਂਡ ਸੈਟਲਮੈਂਟ ਸਿਸਟਮ ਤੋਂ ਬਾਅਦ ਕੌਰਨਵਾਲਿਸ ਨੇ ਕੁਛ ਰਿਫਾਰਮ ਕੀਤੇ ਸੀਗੇ। ਉਸ ਰਿਫਾਰਮਸ ਕਰਕੇ ਕਾਫੀ ਮੁਕੱਦਮੇਬਾਜ਼ੀ ਵੱਧ ਗਈ। ਹੁਣ ਉਹ ਕਿਹੜੇ ਰਿਫਾਰਮਸ ਸੀ, ਉਹ ਕਿਹੜੇ ਰੀਜ਼ਨ ਸੀ ਜਿਸ ਕਰਕੇ ਮੁਕੱਦਮੇਬਾਜ਼ੀ ਵੱਧ ਗਈ। ਮੇਕਿੰਗ ਜ਼ਮੀਂਦਾਰਸ ਪੋਜੀਸ਼ਨ ਸਟਰੋਂਗਰ ਵਿਦ ਦ ਰਿਓਟ। ਜ਼ਮੀਂਦਾਰ ਦੀ ਪੋਜੀਸ਼ਨ ਸਟਰੋਂਗ ਬਣਾ ਦਿੱਤੀ ਗਈ। ਇਹ ਗੱਲ ਹੈ ਕਿ ਜ਼ਮੀਂਦਾਰ ਦੀ ਪੋਜੀਸ਼ਨ ਸਟਰੋਂਗ ਬਣਾ ਦਿੱਤੀ ਗਈ ਸੀ, ਪਰ ਇਹ ਗੱਲ ਕਰਕੇ ਮੁਕੱਦਮੇਬਾਜ਼ੀ ਵੱਧ ਗਈ ਇਸ ਤਰ੍ਹਾਂ ਦੀ ਗੱਲ ਨਹੀਂ। ਹੁਣ ਤੁਸੀਂ ਜਰਾ ਸੋਚ ਕੇ ਦੇਖੋ, ਜੇ ਜ਼ਮੀਂਦਾਰਾਂ ਦੀ ਸਿਚੁਏਸ਼ਨ ਸਟਰੋਂਗ ਬਣਾ ਦਿੱਤੀ ਫਿਰ ਤਾਂ ਸਗੋਂ ਮੁਕੱਦਮੇਬਾਜ਼ੀ ਘੱਟ ਹੋਣੀ ਚਾਹੀਦੀ ਆ, ਹਨਾ। ਇਸ ਕਰਕੇ ਇਹ ਆਨਸਰ ਨਹੀਂ ਆ। ਮੇਕਿੰਗ ਈਸਟ ਇੰਡੀਆ ਕੰਪਨੀ ਐਨ ਓਵਰਲੋਡ ਆਫ ਜ਼ਮੀਂਦਾਰਸ ਮੀਨ ਜ਼ਮੀਂਦਾਰਾਂ ਦੇ ਕਰਤਾ ਧਰਤਾ ਈਸਟ ਇੰਡੀਆ ਕੰਪਨੀ ਨੇ ਬਣਾਤਾ। ਈਸਟ ਇੰਡੀਆ ਕੰਪਨੀ ਤਾਂ ਸੀਗੀ ਜੀ ਓਵਰਲੋਡ ਪਹਿਲਾਂ ਤੋਂ ਹੀ, ਪਰ ਇਸ ਨਾਲ ਮੁਕੱਦਮੇਬਾਜ਼ੀਆਂ ਵੱਧ ਗਈਆਂ, ਇਹ ਵੀ ਕੋਈ ਗੱਲ ਨਹੀਂ ਹੈਗੀ। ਮੇਕਿੰਗ ਜੁਡੀਸ਼ੀਅਲ ਸਿਸਟਮ ਮੋਰ ਐਫੀਸ਼ੀਐਂਟ। ਜੁਡੀਸ਼ੀਅਲ ਸਿਸਟਮ ਜ਼ਿਆਦਾ ਐਫੀਸ਼ੀਐਂਟ ਬਣਾਤਾ, ਇਸ ਕਰਕੇ ਮੁਕੱਦਮੇਬਾਜ਼ੀ ਵੱਧ ਗਈ। ਇਹ ਵੀ ਕੋਈ ਤੈਅ ਨਹੀਂ ਹੈ। ਐਕਚੁਅਲੀ ਤੁਹਾਨੂੰ ਕਾਰਨ ਪਤਾ ਹੋਣਾ ਚਾਹੀਦਾ। ਉਹ ਕਾਰਨ ਕੀ ਆ ਦੇਖੋ, ਆਨਸਰ ਆ ਜੀ ਡੀ। ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਆ। ਕਾਰਨ ਕੀ ਆ ਕਿ ਲॉर्ड ਕੌਰਨਵਾਲਿਸ ਕੁਛ ਰਿਫਾਰਮ ਲੈ ਕੇ ਆਇਆ ਸੀ। ਉਸ ਰਿਫਾਰਮ ਤਹਿਤ ਮੁਕੱਦਮਾ ਦਾਖਲ ਕਰਨ ਲਈ ਕੋਰਟ ਫੀਸ ਹਟਾ ਦਿੱਤੀ ਗਈ ਸੀ। ਕਹਿਣ ਦਾ ਭਾਵ ਹੁਣ ਮੁਕੱਦਮਾ ਦਾਇਰ ਕਰਨਾ, ਦਰਜ ਕਰਨਾ ਆਸਾਨ ਹੋ ਗਿਆ ਸੀ। ਕਿਸੇ ਨੂੰ ਵੀ ਕੋਈ ਤਕਲੀਫ ਹੁੰਦੀ ਸੀ, ਉਹ ਮੁਕੱਦਮਾ ਕਰ ਦਿੰਦਾ ਸੀ। ਹੁਣ ਕੋਈ ਵੀ ਕਿਸੇ ਨੂੰ ਵੀ ਅਦਾਲਤਾਂ ਵਿੱਚ ਘਸੀਟ ਸਕਦਾ ਸੀ। ਅਪੀਲ ਦੇ ਅਧਿਕਾਰ ਨੂੰ ਵਧਾਇਆ ਜਾਣਾ ਵੀ ਇੱਕ ਕਾਰਨ ਸੀ। ਅਪੀਲ ਦਾ ਅਧਿਕਾਰ ਵਧਾਤਾ। ਜੇ ਕੋਰਟ ਨੇ ਇੱਕ ਡਿਸੀਜਨ ਦੇ ਤਾ, ਉਹਦੇ ਖਿਲਾਫ ਤੁਸੀਂ ਅਪੀਲ ਕਰ ਸਕਦੇ ਸੀ, ਇਹ ਅਧਿਕਾਰ ਵੀ ਵੱਧ ਗਿਆ। ਕੌਰਨਵਾਲਿਸ ਦੁਆਰਾ ਕੋਰਟ ਫੀਸਾਂ ਨੂੰ ਖਤਮ ਕਰ ਦਿੱਤਾ ਗਿਆ ਸੀ, ਇਹ ਗੱਲ ਹੋ ਗਈ। ਅੰਗ ਕੱਟਣ, ਨੱਕ ਅਤੇ ਕੰਨ ਵੱਢਣ ਵਰਗੀਆਂ ਅਣਮਨੁੱਖੀ ਸਜ਼ਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ। ਠੀਕ ਹੈ ਜੀ, ਇਹ ਕੁਝ ਕਾਰਨ ਹਨ ਜਿਨ੍ਹਾਂ ਕਾਰਨ ਮੁਕੱਦਮੇਬਾਜ਼ੀ ਵਿੱਚ ਵਾਧਾ ਹੋਇਆ ਹੈ। ਠੀਕ। Which amongst the following provided a common factor for tribal insurrection in India in the 19th century। 19ਵੀਂ ਸ਼ਤਾਬਦੀ ਵਿੱਚ ਸਾਡੇ ਭਾਰਤ ਵਿੱਚ ਅੰਗਰੇਜ਼ਾਂ ਖਿਲਾਫ ਜਿਹੜੇ ਆਦੀਵਾਸੀ ਆ ਉਹਨਾਂ ਨੇ ਇੰਸੁਰੈਕਸ਼ਨ ਮਤਲਬ ਉਹਨਾਂ ਨੇ ਇੱਕ ਰਾਈਜ਼ਿੰਗ ਕੀਤੀ, ਉਹਨਾਂ ਨੇ ਵਿਦਰੋਹ ਕੀਤਾ। ਇਹਨਾਂ ਵਿੱਚੋਂ ਕਿਹੜਾ ਸੀ ਕਾਮਨ ਫੈਕਟਰ? ਕਾਮਨ ਫੈਕਟਰ ਆਪਾਂ ਲੱਭਣਾ ਆ। ਦੇਖਦੇ ਹਾਂ ਜੀ। ਇੰਟਰੋਡਕਸ਼ਨ ਆਫ ਏ ਨਿਊ ਸਿਸਟਮ ਆਫ ਲੈਂਡ ਰੈਵਨਿਊ ਐਂਡ ਟੈਕਸੇਸ਼ਨ ਆਫ ਟਰਾਈਬਲ ਪ੍ਰੋਡਕਟਸ। ਹੁਣ ਦੇਖਣ ਨੂੰ ਇਹ ਪੁਆਇੰਟ ਸਹੀ ਲੱਗਦਾ ਆ, ਪਰ ਆਨਸਰ ਦੇਖੋ ਨਾ, ਆਨਸਰ ABCD ਕੋਈ ਇੱਕ ਆਨਸਰ ਆ, ਇਸ ਲਈ ਤੁਸੀਂ ਸਾਰੇ ਪੜ੍ਹਨੇ ਆ। ਲੈਂਡ ਰੈਵਨਿਊ ਸਿਸਟਮ ਨਵਾਂ ਆ ਗਿਆ ਸੀ, ਗੱਲ ਸਹੀ ਆ, ਇਹ ਵੀ ਗੱਲ ਸਹੀ ਆ। ਟੈਕਸੇਸ਼ਨ ਸਿਸਟਮ ਨਵਾਂ ਆ ਗਿਆ ਸੀ, ਇਹ ਵੀ ਗੱਲ ਸਹੀ ਆ। ਪਰ ਟਰਾਈਬਲ ਪ੍ਰੋਡਕਟਸ ਦੇ ਉੱਤੇ ਇਹ ਥੋੜ੍ਹਾ ਟੈਕ ਹੋ ਗਿਆ ਜੀ, ਗੜਬੜ ਵਾਲਾ ਪੁਆਇੰਟ। ਬਾਕੀ ਇਸ ਕਰਕੇ ਥੋੜ੍ਹਾ ਇਹਨੂੰ ਛੱਡ ਦਿਓ। ਆਪਾਂ ਨਾ ਕਾਮਨ ਫੈਕਟਰ ਲੱਭਣਾ ਆ। ਅੱਗੇ ਪੜ੍ਹਦੇ ਹਾਂ। ਇਨਫਲੂਐਂਸ ਆਫ ਫੋਰਨ ਰਿਲੀਜੀਅਸ ਮਿਸ਼ਨਰੀਜ਼ ਇਨ ਟਰਾਈਬਲ ਏਰੀਆਜ਼। ਇਹ ਵੀ ਗੱਲ ਹੈ ਜੀ, ਵਿਦੇਸ਼ੀ ਈਸਾਈ ਮਿਸ਼ਨਰੀ ਉਹ ਕੀ ਆ, ਆਦੀਵਾਸੀ ਖੇਤਰ ਵਿੱਚ ਆਪਣਾ ਪ੍ਰਭਾਵ ਪਾ ਰਹੇ ਸੀ, ਇਸ ਕਰਕੇ ਵੀ ਵਿਦਰੋਹ ਹੋਇਆ। ਪਰ ਕੀ ਇਹ ਕਾਮਨ ਫੈਕਟਰ ਸੀ? ਹੋ ਸਕਦਾ, ਨਹੀਂ ਵੀ ਹੋ ਸਕਦਾ, ਥੋੜ੍ਹਾ ਛੱਡ ਦਿਓ। ਰਾਈਜ਼ ਆਫ ਏ ਲਾਰਜ ਨੰਬਰ ਆਫ ਮਨੀ ਲੈਂਡਰਸ ਜਿਹੜੇ ਇੰਟਰਸਟ 'ਤੇ ਵਿਆਜ 'ਤੇ ਪੈਸੇ ਦਿੰਦੇ ਸੀ, ਉਹ ਆ ਗਏ ਜੀ। ਹੁਣ ਉਹਨਾਂ ਨੇ ਟਰਾਈਬਲਸ ਲੋਕਾਂ ਨੂੰ ਪੈਸੇ ਦਿੱਤੇ ਅਤੇ ਲੋਕ ਇਹਨਾਂ ਦੇ ਸ਼ਿਕੰਜਿਆਂ 'ਚ ਫਸ ਗਏ, ਕਿਉਂਕਿ ਉਧਾਰੇ ਪੈਸੇ ਵਾਪਸ ਨਹੀਂ ਕਰ ਪਾਏ ਟਰਾਈਬਲਸ, ਅਤੇ ਫਿਰ ਹੌਲੀ ਹੌਲੀ ਇਹਨਾਂ ਦਾ ਇੰਟਰਫੇਰੈਂਸ ਵੱਧ ਗਿਆ। ਬਾਹਰਲੇ ਵਪਾਰੀ ਆ ਗਏ ਜੀ, ਰੈਵਨਿਊ ਫਾਰਮਰਸ ਆ ਗਏ। ਇਹ ਕੀ ਸੀ? ਐਜ਼ ਮਿਡਲ ਮੈਨ ਇਨ ਟਰਾਈਬਲ ਏਰੀਆਜ਼। ਠੀਕ ਹੈ ਜੀ, ਇਹ ਵੀ ਕਾਰਨ ਹੈ, ਹੋਰ ਦੇਖ ਲੈਂਦੇ ਜੀ। ਕੰਪਲੀਟ ਡਿਸਰਪਸ਼ਨ ਆਫ ਦਾ ਓਲਡ ਐਗਰੇਰੀਅਨ ਆਰਡਰ ਆਫ ਦਾ ਟਰਾਈਬਲ ਕਮਿਊਨਿਟੀਜ਼। ਆਦੀਵਾਸੀ ਸਮਾਜ ਦੇ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਖੇਤੀਬਾੜੀ ਸਿਸਟਮ ਸੀ, ਐਗਰੇਰੀਅਨ ਆਰਡਰ ਸੀ, ਇਹਦਾ ਕੀ ਹੋ ਗਿਆ ਜੀ? ਡਿਸਰਪਸ਼ਨ ਹੋ ਗਿਆ ਸੀ ਜੀ। ਹੁਣ ਧਿਆਨ ਨਾਲ ਅਸੀਂ ਪੜ੍ਹੋਗੇ ਨਾ, ਆਹ ਆ ਜੀ ਮੇਨ ਗੱਲ। ਬੇਸਿਕਲੀ ਦੇਖੋ, ਆਹ ਵੀ ਕਾਰਨ ਹੈਗੇ ਆ, ਥੋੜ੍ਹੇ ਆਹ ਕਾਰਨ ਹੈਗੇ ਆ,
ਪਰ ਆਪਾਂ ਇੱਕ ਲੱਭਣਾ ਜੀ। ਤਾਂ ਉਸ ਵਿੱਚ ਅਸੀਂ ਦੇਖਾਂਗੇ ਕਿ ਉਹਨਾਂ ਦਾ ਰਹਿਣੀ ਬਹਿਣੀ, ਉਹਨਾਂ ਦਾ ਐਗਰੀਕਲਚਰ ਸਿਸਟਮ, ਇਹ ਸਾਰਾ ਕੀ ਹੈ, ਡਿਸਟਰਪਟ ਹੋ ਗਿਆ ਸੀ ਅੰਗਰੇਜ਼ਾਂ ਕਰਕੇ। ਇਸ ਕਰਕੇ ਫਿਰ ਟਰਾਈਬਲਸ ਕਹਿੰਦੇ ਕਿ ਯਾਰ ਵੀ ਸਾਡਾ ਤਾਂ ਕੁਛ ਆਪਣਾ ਰਿਹਾ ਨਹੀਂ ਪੁਰਾਣਾ, ਤੇ ਉਹਨਾਂ ਨੇ ਫਿਰ ਵਿਦਰੋਹ ਕੀਤਾ ਸੀ। ਆਹ ਹੈ ਜੀ ਕਾਮਨ ਫੈਕਟਰ ਡੀ। ਵਿਦ ਰੈਫਰੈਂਸ ਟੂ ਦਾ ਪੀਰੀਅਡ ਆਫ ਕਲੋਨੀਅਲ ਰੂਲ ਇਨ ਇੰਡੀਆ, ਜਦੋਂ ਭਾਰਤ ਗੁਲਾਮ ਸੀ ਉਸ ਵੇਲੇ ਹੋਮ ਚਾਰਜਸ ਲੱਗੇ ਸੀ ਜੀ। ਹੋਮ ਚਾਰਜਸ ਅਸੀਂ ਕਹਿੰਦੇ ਜੀ ਹੋਮ ਚਾਰਜਸ। ਇਹ ਚਾਰਜਸ ਕੀ ਸੀਗੇ? ਫਾਰਮਡ ਐਨ ਇੰਪੋਰਟੈਂਟ ਪਾਰਟ ਆਫ ਡਰੇਨ ਆਫ ਵੈਲਥ ਫਰੋਮ ਇੰਡੀਆ। ਭਾਰਤ ਦਾ ਜਿਹੜੀ ਸੰਪੱਤੀ ਸੀ, ਵੈਲਥ ਸੀ, ਉਹ ਇੰਗਲੈਂਡ ਜਾ ਰਹੀ ਸੀ। ਉਹਦਾ ਇੱਕ ਜਰੀਆ ਸੀ ਜੀ ਹੋਮ ਚਾਰਜਸ। ਗੱਲ ਆਉਂਦੀ ਆ ਕਿ ਇਹ ਹੋਮ ਚਾਰਜਸ ਕੀ ਹੁੰਦੇ ਆ ਦੇਖਦੇ ਆ ਜੀ। ਇਹਨਾਂ ਚੋਂ ਕਿਹੜੇ ਕਿਹੜੇ ਹੋਮ ਚਾਰਜਸ ਹੈ। ਫੰਡਸ ਯੂਜ਼ਡ ਟੂ ਸਪੋਰਟ ਦਾ ਇੰਡੀਆ ਆਫਿਸ ਇਨ ਲੰਡਨ। ਲੰਡਨ ਵਿੱਚ ਇੰਡੀਆ ਆਫਿਸ ਨੂੰ ਸਪੋਰਟ ਕਰਨ ਲਈ ਫੰਡ। ਸਹੀ ਗੱਲ ਹੈ ਜੀ। ਦੇਖੋ, ਜੋ ਇੰਡੀਆ ਨਾਲ ਸੰਬੰਧਿਤ ਜਿੰਨੇ ਵੀ ਖਰਚੇ ਸੀ ਨਾ, ਸਰਕਾਰ ਉਹਨੂੰ ਹੋਮ ਚਾਰਜਸ ਵਿੱਚ ਲੈ ਜਾਂਦੀ ਸੀ। ਉਹ ਕਹਿੰਦੇ ਜੀ ਦੇਖੋ, ਲੰਡਨ ਵਿੱਚ ਅਸੀਂ ਇੰਡੀਆ ਆਫਿਸ ਸਥਾਪਿਤ ਕੀਤਾ ਇੰਡੀਆ ਦੇ ਲਈ, ਇਸ ਲਈ ਇਹਦਾ ਖਰਚਾ ਵੀ ਕਿੱਥੋਂ? ਇੰਡੀਆ ਤੋਂ ਹੀ ਪੂਰਾ ਕਰੋ। ਇਹ ਵੀ ਗੱਲ ਹੈ। ਫੰਡਸ ਯੂਜ਼ਡ ਟੂ ਪੇ ਸੈਲਰੀਜ਼ ਐਂਡ ਪੈਨਸ਼ਨਸ ਆਫ ਦਾ ਬ੍ਰਿਟਿਸ਼ ਪਰਸਨਲ ਅੰਗੇਜਡ ਇਨ ਇੰਡੀਆ। ਜਿਹੜੇ ਬ੍ਰਿਟਿਸ਼ ਅੰਗਰੇਜ਼ ਕਰਮਚਾਰੀ ਇੰਡੀਆ ਵਿੱਚ ਕੰਮ ਕਰਦੇ ਸੀ, ਉਹਨਾਂ ਦੀਆਂ ਤਨਖਾਹਾਂ ਤੇ ਉਹਨਾਂ ਦੀਆਂ ਪੈਨਸ਼ਨਾਂ ਉਹ ਵੀ ਅਸੀਂ ਇੰਡੀਆ ਤੋਂ ਹੀ ਵਸੂਲਣੀਆਂ। ਠੀਕ ਹੈ ਜੀ। ਇੱਥੋਂ ਪੈਸਾ ਬਾਹਰ ਚਲਾ ਗਿਆ, ਇਹ ਵੀ ਹੈ ਜੀ। ਫੰਡਸ ਯੂਜ਼ਡ ਫॉर ਵੇਜ਼ਿੰਗ ਵਾਰਸ ਆਊਟਸਾਈਡ ਇੰਡੀਆ ਬਾਏ ਦਾ ਬ੍ਰਿਟਿਸ਼। ਹੁਣ ਬ੍ਰਿਟਿਸ਼ ਬਾਹਰ ਕਿਤੇ ਜੰਗ ਲੜਦੇ ਪਏ ਆ, ਪਰ ਉਸ ਜੰਗ ਦੀ ਕੀਮਤ ਉਹ ਇੰਡੀਆ ਤੋਂ ਲੈ ਰਹੇ ਆ। ਇੰਡੀਆ ਤੋਂ ਟੈਕਸ ਟੁਕਸ ਕਲੈਕਟ ਕਰਕੇ ਆਪਣਾ ਜਿਹੜਾ ਯੁੱਧ ਆ, ਵਾਰ ਆ, ਉਹਦਾ ਖਰਚਾ ਪੂਰਾ ਕਰਦੇ ਪਏ ਆ। ਇਹ ਵੀ ਇੱਕ ਹਿਸਾਬ ਦਾ ਹੋਮ ਚਾਰਜਸ ਆ, ਤੇ ਪੈਸਾ ਇੰਡੀਆ ਤੋਂ ਬਾਹਰ ਜਾ ਰਿਹਾ ਸੀ ਜੀ। ਇਹ ਵੀ ਕੀ ਆ? ਹੋਮ ਚਾਰਜਸ ਆ। ਆਨਸਰ ਆ ਜੀ ਡੀ। 1, 2 and 3। ਠੀਕ ਹੈ ਨਾ, ਇਹ ਵੀ ਆ ਗਿਆ ਜੀ। आगे देखो, what was the purpose with which Sir William Baden-Burn and W.S. Kane had set up the Indian Parliamentary Committee in 1893? ਉਹ ਕੀ ਪਰਪਸ ਸੀ ਜਿਸ ਕਰਕੇ ਸਰ ਵਿਲੀਅਮ ਬੈਡਨਬਰਨ ਤੇ W.S. ਕੇਨ ਨੇ ਇੰਡੀਅਨ ਪਾਰਲੀਮੈਂਟਰੀ ਕਮੇਟੀ ਸਥਾਪਿਤ ਕੀਤੀ ਸੀ 1893 ਵਿੱਚ। ਠੀਕ ਹੈ ਨਾ। ਦੇਖੋ, ਕਾਂਗਰਸ ਬਣਨ ਤੋਂ ਕੁਝ ਸਾਲਾਂ ਬਾਅਦ ਦੀ ਗੱਲ ਹੈ ਜੀ ਇਹ। To agitate for Indian political reforms in the House of Commons। ਜਿਹੜਾ ਬ੍ਰਿਟੇਨ ਵਿੱਚ ਹਾਊਸ ਆਫ ਕਾਮਨ ਸੀ, ਉੱਥੋਂ ਦੀ ਲੋਕ ਸਭਾ ਸੀ ਜਿਹੜੀ, ਉਹਦੇ ਵਿੱਚ ਇੰਡੀਅਨਸ ਦੀ ਗੱਲਾਂ ਕਰਨੀਆਂ, ਇੰਡੀਅਨ ਪੋਲੀਟੀਕਲ ਰਿਫਾਰਮਸ ਦੀਆਂ ਗੱਲਾਂ ਕਰਨੀਆਂ, ਉਹਦੇ ਲਈ ਐਜੀਟੇਟ ਕਰਨਾ। ਇਹ ਇਸ ਕਰਕੇ ਉਹਨਾਂ ਨੇ ਇੰਡੀਅਨ ਪਾਰਲੀਮੈਂਟਰੀ ਕਮੇਟੀ ਬਣਾਈ ਸੀ। ਆਪਾਂ ਜਿਹੜਾ ਸਮਝ ਲਈਏ, ਦੇਖੋ ਜੀ, 85 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਬਣ ਗਈ। ਬੇਸਿਕਲੀ ਸਰਕਾਰ ਨੂੰ ਇਹ ਸੀਗਾ ਕਿ ਇੱਕ ਸੰਸਥਾ ਹੋਵੇ ਜਿਹੜੀ ਭਾਰਤੀਆਂ ਦੇ ਗ੍ਰੀਵੈਂਸਸ, ਭਾਰਤੀਆਂ ਦੇ ਗਿਲੇ ਸ਼ਿਕਵੇ ਅੰਗਰੇਜ਼ਾਂ ਤੱਕ ਪਹੁੰਚਾ ਸਕੇ। ਤੇ ਜਦੋਂ ਇਹ ਸੰਸਥਾ ਬਣੀ ਇੰਡੀਅਨ ਨੈਸ਼ਨਲ ਕਾਂਗਰਸ, ਉਹਨਾਂ ਦੇ ਵਿੱਚ ਆਹ ਦੇਖੋ, ਬੈਡਨਬਰਨ ਤੇ ਜਾਰਡਿਨ ਇਹ ਵੀ ਮੈਂਬਰ ਸਨ। ਤੇ ਇਹ ਕੀ ਸੀ? ਇਹ ਉੱਧਰ ਆਪਣੇ ਅੰਗਰੇਜ਼ਾਂ ਦੇ ਪਾਰਲੀਮੈਂਟ ਦੇ ਬੰਦੇ ਸੀ। ਤਾਂ ਉਹਨਾਂ ਨੇ ਉੱਥੇ ਕਮੇਟੀ ਵੀ ਗਠਨ ਕੀਤੀ ਵੀ ਅਸੀਂ ਭਾਰਤ ਦੇ ਪੋਲੀਟੀਕਲ ਰਿਫਾਰਮਸ ਦੀ ਗੱਲ ਬ੍ਰਿਟਿਸ਼ ਪਾਰਲੀਮੈਂਟ ਤੱਕ ਲੈ ਕੇ ਜਾਵਾਂਗੇ, ਉੱਥੇ ਗੱਲ ਕਰਾਂਗੇ। 28 ਦਸੰਬਰ 1885 ਨੂੰ ਬੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ, ਕਿਹੜੇ ਕਾਲਜ? ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ, ਕਿੱਥੇ? ਬੰਬੇ। ਉੱਥੇ ਭਾਰਤੀ ਰਾਸ਼ਟਰੀ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ, ਜਿਸ ਵਿੱਚ 72 ਡੈਲੀਗੇਟ ਹਾਜ਼ਰ ਸਨ। ਏ.ਓ. ਹੁਮ ਨੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਸੀ। ਜਨਰਲ ਸੈਕਟਰੀ ਕੌਣ ਸੀ? ਏ.ਓ. ਹੁਮ। ਕਲਕੱਤਾ ਦੇ ਬੋਮੇਸ਼ ਚੰਦਰ ਚੈਟਰਜੀ, W.C. ਬੈਨਰਜੀ, ਬੋਮੇਸ਼ ਚੰਦਰ ਬੈਨਰਜੀ ਨੇ ਇਸ ਦੀ ਪ੍ਰਧਾਨਗੀ ਕੀਤੀ। ਇਹ ਪਹਿਲੇ ਪ੍ਰਧਾਨ ਸੀ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ। ਵਾਧੂ ਬ੍ਰਿਟਿਸ਼ ਮੈਂਬਰ ਵਿਲੀਅਮ ਬੈਡਨਬਰਨ ਅਤੇ ਜਸਟਿਨ ਜੌਨ ਜਾਰਡਿਨ ਸਨ। ਬੈਡਨਬਰਨ ਤੇ ਜਾਰਡਿਨ ਵੀ ਇਹਨਾਂ ਦੇ ਮੈਂਬਰ ਸਨ। ਬਾਕੀ ਸਾਰੇ ਕਲਕੱਤਾ ਅਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਹਿੰਦੂ ਸਨ। ਇਹ ਵੀ ਗੱਲ ਹੈ ਜੀ, ਬੇਸਿਕਲੀ ਅਪਰ ਕਾਸਟ ਹਿੰਦੂ ਸੀ ਜੀ। ਸ਼ੁਰੂਆਤੀ ਦੌਰ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਅਪਰ ਕਾਸਟ ਬ੍ਰਾਹਮਣ ਹਿੰਦੂ ਅਪਰ ਕਾਸਟ ਬੰਦੇ ਸੀ ਜੀ, ਹਿੰਦੂ ਧਰਮ ਦੇ। ਬੈਡਨਬਰਨ 1893 ਵਿੱਚ ਇੱਕ ਉਦਾਰਵਾਦੀ ਮੈਂਬਰ ਵਜੋਂ ਲਿਬਰਲ ਸੰਸਦ ਵਿੱਚ ਦਾਖਲ ਹੋਇਆ ਸੀ ਅਤੇ ਉਸਨੇ ਸਦਨ ਵਿੱਚ
ਭਾਰਤ ਦੀਆਂ ਸ਼ਿਕਾਇਤਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਸੀ। ਇਹੀ ਗੱਲ ਹੋ ਗਈ ਨਾ, ਟੂ ਐਜੀਟੇਟ ਫॉर ਇੰਡੀਅਨ ਪੋਲੀਟੀਕਲ ਰਿਫਾਰਮਸ ਇਨ ਦਾ ਹਾਊਸ ਆਫ ਕਾਮਨਸ। ਇਹ ਆਂਸਰ ਹੈ ਜੀ। ਵਿਦ ਰੈਫਰੈਂਸ ਟੂ ਰੋਇਤਵਾਰੀ ਸਿਸਟਮ, ਰੋਇਤਵਾਰੀ ਸਿਸਟਮ ਕੀ ਸੀ ਕਿ ਅੰਗਰੇਜ਼ਾਂ ਨੇ ਡਾਇਰੈਕਟ ਜਿਹੜੇ ਕਿਸਾਨ ਆ, ਜਿਹੜੇ ਰੋਇਟ ਆ, ਉਹਨਾਂ ਤੋਂ ਟੈਕਸ ਵਸੂਲਣਾ ਸੀ, ਰੈਵਨਿਊ ਲੈਣਾ ਸੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਇਹ ਸਟੇਟਮੈਂਟ ਆ ਦੇਖੋ ਜੀ। ਦ ਰੈਂਟ ਵਾਜ਼ ਪੇਡ ਡਾਇਰੈਕਟਲੀ ਬਾਈ ਦ ਪੀਸੈਂਟ ਟੂ ਦ ਗਵਰਨਮੈਂਟ। ਗੱਲ ਸਹੀ ਹੈ ਜੀ, ਕਿਸਾਨ ਡਾਇਰੈਕਟ ਸਰਕਾਰ ਨੂੰ ਰੈਂਟ ਪੇ ਕਰਦੇ ਸੀ, ਸਹੀ ਹੈ ਜੀ। ਦ ਗਵਰਨਮੈਂਟ ਗੇਵ ਪੱਟਾਸ ਟੂ ਦ ਰਿਓਟ, ਜਿਹੜੇ ਆਪਣੇ ਕਿਸਾਨ ਆ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਪੱਟਾ ਦੇ ਦਿੱਤਾ ਗਿਆ, ਲਿਖਤੀ ਆਪਣਾ ਅਧਿਕਾਰ ਦੇ ਦਿੱਤਾ ਗਿਆ। ਇਹ ਵੀ ਸਹੀ ਹੈ ਜੀ। ਪਹਿਲਾ ਦੂਜਾ ਠੀਕ ਹੈ ਜੀ। ਦ ਲੈਂਡਸ ਵਰ ਸਰਵੇਡ ਐਂਡ ਅਸੈਸਡ ਬਿਫੋਰ ਬੀਇੰਗ ਟੈਕਸਡ। ਟੈਕਸ ਲਾਉਣ ਤੋਂ ਪਹਿਲਾਂ ਜਿਹੜੀ ਜ਼ਮੀਨ ਆ ਉਹਦਾ ਪ੍ਰੋਪਰ ਸਰਵੇ ਕੀਤਾ ਜਾਂਦਾ ਸੀ ਤਾਂ ਦੇਖਿਆ ਜਾਂਦਾ ਸੀ ਵੀ ਹਾਂ ਵੀ ਇਹਦੀ ਕਿੰਨੀ ਕੁ ਆਮਦਨ ਹੋ ਸਕਦੀ ਹੈ ਤੇ ਕਿੰਨਾ ਕੁ ਟੈਕਸ ਲਾਉਣਾ ਆ। ਇਹ ਵੀ ਗੱਲ ਹੈ ਜੀ, ਸਰਵੇ ਵਗੈਰਾ ਕੀਤੇ ਜਾਂਦੇ ਸੀ। ਕਰੈਕਟ ਆਂਸਰ ਹੋ ਗਿਆ ਜੀ ਸੀ, 1, 2 and 3। ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਆਰ ਕਰੈਕਟ। ਦੇਖਣਾ ਜੀ ਕਰੈਕਟ ਕਿਹੜੀ ਆ। ਰਿਗਾਰਡਿੰਗ ਬ੍ਰਹਮੋ ਸਮਾਜ, ਬ੍ਰਹਮੋ ਸਮਾਜ ਦੇ ਸੰਦਰਭ ਵਿੱਚ ਕਿਹੜੀ ਸਟੇਟਮੈਂਟ ਸਹੀ ਆ। ਬ੍ਰਹਮੋ ਸਮਾਜ ਦੇਖੋ, ਆਪਾਂ ਦੇਖਿਆ ਕਿ ਸ਼ੁਰੂਆਤੀ ਜਿਹੜੀਆਂ ਰਿਫਾਰਮਸ ਮੂਵਮੈਂਟ ਸੀ, ਗਰੁੱਪ ਸੀ, ਉਹਨਾਂ ਵਿੱਚ ਇੱਕ ਸੀ ਮੇਨ ਸੀ ਬ੍ਰਹਮੋ ਸਮਾਜ। ਕੌਣ ਸੀ ਜੀ ਮੇਨ ਇਹਨਾਂ ਦੇ ਬੰਦੇ? ਰਾਜਾ ਰਾਮ ਮੋਹਨ ਰਾਏ। ਇਹ ਕਿਸ ਚੀਜ਼ ਤੇ ਜ਼ੋਰ ਦਿੰਦੇ ਸੀ? ਆਪਾਂ ਕਰੈਕਟ ਆਂਸਰ ਲੱਭਣਾ ਆ। ਇਟ ਅਪੋਜ਼ਡ ਆਈਡੋਲੇਟਰੀ, ਆਈਡਲ ਮੂਰਤੀ ਪੂਜਾ ਦਾ ਇਹਨਾਂ ਨੇ ਵਿਰੋਧ ਕੀਤਾ। ਸਹੀ ਗੱਲ ਆ ਜੀ, ਇਹਨਾਂ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ, ਪਹਿਲਾ ਸਹੀ ਆ। ਇਟ ਡਿਨਾਈਡ ਦਾ ਨੀਡ ਫॉर ਏ ਪ੍ਰੀਸਟਲੀ ਕਲਾਸ ਫॉर ਇੰਟਰਪ੍ਰੇਟਿੰਗ ਦਾ ਰਿਲੀਜੀਅਸ ਟੈਕਸਟ। ਉਹ ਕਹਿੰਦੇ ਸਾਨੂੰ ਪੁਜਾਰੀ ਵਰਗ ਦੀ ਲੋੜ ਨਹੀਂ, ਆਪਾਂ ਆਪਣਾ ਧਰਮ, ਉਹ ਧਰਮ ਦੀਆਂ ਗੱਲਾਂ ਉਹ ਅਸੀਂ ਆਪ ਸਮਝਾਂਗੇ ਪੜ੍ਹ ਕੇ, ਸਾਨੂੰ ਪੁਜਾਰੀ ਵਰਗ ਦੀ ਲੋੜ ਨਹੀਂ। ਉਹ ਕਹਿੰਦੇ ਵੀ ਪੁਜਾਰੀ ਵਰਗ ਨੇ ਧਰਮ ਦੇ ਵਿੱਚ ਕਾਫੀ ਗਿਰਾਵਟ ਲੈ ਆਂਦੀ ਆ। ਇਹ ਵੀ ਗੱਲ ਸਹੀ ਆ ਜੀ, ਦੂਸਰਾ ਵੀ ਸਹੀ ਆ। ਇਟ ਪੋਪੂਲਰਾਈਜ਼ ਦਾ ਡਾਕਟਰਿਨ ਡੈਟ ਦਾ ਵੇਦਾਸ ਆਰ ਇਨਫਾਲੀਬਲ। ਇਹਨਾਂ ਨੇ ਕਿਹਾ ਕਿ ਜਿਹੜੇ ਵੇਦ ਆ ਉਹ ਬਿਲਕੁਲ ਸਹੀ ਆ ਤੇ ਉਹਨਾਂ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦੀ, ਵੇਦ ਸਰਵਸ਼੍ਰੇਸ਼ਟ ਆ। ਇਹ ਗੱਲ ਗਲਤ ਆ ਜੀ। ਇਹ ਕਹਿੰਦੇ ਆਪਾਂ ਕੋਈ ਵੀ ਧਾਰਮਿਕ ਗ੍ਰੰਥ ਪੜ੍ਹਨਾ ਆ, ਉਹਨੂੰ ਸਮਝ ਕੇ ਪੜ੍ਹਨਾ ਆ, ਤਾਂ ਜੇ ਕੋਈ ਗੱਲ ਮਾਨਵਤਾ ਦੇ ਖਿਲਾਫ ਜਾਂਦੀ ਆ, ਜੇ ਕੋਈ ਗੱਲ ਨਹੀਂ ਸਹੀ ਤਾਂ ਆਪਾਂ ਉਹਨੂੰ ਨਹੀਂ ਮੰਨਣਾ। ਉਹਨਾਂ ਨੇ ਇਹ ਨਹੀਂ ਕਿਹਾ ਸੀਗਾ ਵੀ ਜੋ ਲਿਖਤਾ ਉਹ ਸਭ ਮੰਨ ਲਓ। ਇਹ ਤੀਜਾ ਪੁਆਇੰਟ ਗਲਤ ਹੋ ਗਿਆ ਜੀ। ਤੀਜਾ ਪੁਆਇੰਟ ਗਲਤ ਹੋਣ ਨਾਲ ਆ ਚੱਕੇ ਗਏ। ਠੀਕ, ਆਂਸਰ ਹੈ ਜੀ ਬੀ, ਪਹਿਲਾ ਤੇ ਦੂਸਰਾ ਸਹੀ ਆ। ਕੰਸੀਡਰ ਦਾ ਫੋਲੋਇੰਗ। ਕੁਝ ਸਟੇਟਮੈਂਟਾਂ ਦਿੱਤੀਆਂ ਜੀ, ਆਪਾਂ ਦੇਖਣਾ ਹੈ ਕਿ ਵਿਚ ਆਫ ਦਾ ਅਬਵ ਵਾਜ਼ ਔਰ ਵਰ ਇੰਟਰੋਡਿਊਸਡ ਇਨਟੂ ਇੰਡੀਆ ਬਾਏ ਇੰਗਲਿਸ਼। ਇਹਨਾਂ ਵਿੱਚੋਂ ਕਿਹੜੇ ਅੰਗਰੇਜ਼ ਲੈ ਕੇ ਆਏ ਭਾਰਤ ਵਿੱਚ। ਅਸੈਸਮੈਂਟ ਆਫ ਲੈਂਡ ਰੈਵਨਿਊ ਔਨ ਦਾ ਬੇਸਿਸ ਆਫ ਨੇਚਰ ਆਫ ਦਾ ਸੋਇਲ ਐਂਡ ਕੁਆਲਿਟੀ ਆਫ ਕ੍ਰੌਪਸ। ਵੀ ਜ਼ਮੀਨ ਤੋਂ ਕਿੰਨਾ ਮਾਲੀਆ ਲੈਣਾ ਆ, ਇਹ ਜ਼ਮੀਨ ਦੀ ਕੁਆਲਿਟੀ ਹੈ ਨਾ, ਉਹ ਜ਼ਮੀਨ ਦੀ ਨੇਚਰ ਤੇ ਕੁਆਲਿਟੀ ਆਫ ਕ੍ਰੌਪਸ ਤੇ ਨਿਰਭਰ ਕਰੇਗਾ, ਉਹਦੀ ਅਸੈਸਮੈਂਟ ਤੇ। ਇਹ ਗੱਲ ਕੀ ਅੰਗਰੇਜ਼ ਲੈ ਕੇ ਆਏ? ਨਹੀਂ, ਰਾਜਾ ਟੋਡਰਮਲ ਅਕਬਰ ਦੇ ਟਾਈਮ ਤੇ ਉਹਨਾਂ ਨੇ ਇਹ ਗੱਲਾਂ ਲੈ ਆਂਦੀਆਂ ਸੀਗੀਆਂ। ਪਹਿਲਾਂ ਵੀ ਭਾਰਤ ਵਿੱਚ ਇਹ ਗੱਲਾਂ ਸੀਗੀਆਂ। ਪਹਿਲਾ ਪੁਆਇੰਟ ਚੱਕ ਦੋ, ਹੈ ਨਹੀਂ ਸਹੀ। ਯੂਜ਼ ਆਫ ਮੋਬਾਈਲ ਕੈਨਨਸ, ਜਿਹੜੀਆਂ ਤੋਪਾਂ ਸੀਗੀਆਂ, ਮੋਬਾਈਲ ਮਤਲਬ ਜਿਨ੍ਹਾਂ ਦੇ ਪਹੀਏ ਲੱਗੇ ਸੀ, ਜਿਹੜੀਆਂ ਰੇੜੀਆਂ ਜਾ ਸਕਦੀਆਂ ਸਨ। ਯੁੱਧ ਦੇ ਮੈਦਾਨ ਵਿੱਚ ਤੋਪਾਂ ਦਾ ਇਸਤੇਮਾਲ ਕੀ ਅੰਗਰੇਜ਼ ਲੈ ਕੇ ਆਏ? ਨਹੀਂ, ਇਸ ਤੋਂ ਪਹਿਲਾਂ ਬਾਬਰ ਵਗੈਰਾ ਨੇ ਇਹਦਾ ਇਸਤੇਮਾਲ ਕਾਫੀ ਕੀਤਾ ਸੀ। ਇਹ ਵੀ ਗਲਤ ਹੋ ਗਿਆ ਜੀ। ਕਲਟੀਵੇਸ਼ਨ ਆਫ ਟੋਬੈਕੋ ਐਂਡ ਰੈਡ ਚਿੱਲੀ, ਤੰਬਾਕੂ ਤੇ ਲਾਲ ਮਿਰਚ, ਇਹਦੀ ਖੇਤੀ ਅੰਗਰੇਜ਼ ਲੈ ਕੇ ਆਏ? ਸਾਨੂੰ ਨਹੀਂ ਪਤਾ। ਠੀਕ, ਤੇ ਓਨਲੀ 3 ਆਂਸਰ ਹੈ ਵੀ ਨਹੀਂ। ਓਨਲੀ 3 ਥੋੜੀ ਆਂਸਰ ਆ। ਜੇ ਪਹਿਲਾ ਦੂਜਾ ਚੱਕਦੀ ਹੈ ਆਪਾਂ, ਜੇ ਪਹਿਲਾ ਦੂਜਾ ਚੱਕਦੀ ਹੈ ਤਾਂ ਆਂਸਰ ਆਪਣੇ ਆਪ ਨਨ ਆ ਗਿਆ। ਸਾਡੇ ਭਾਰਤ ਵਿੱਚ ਤੰਬਾਕੂ ਤੇ ਲਾਲ ਮਿਰਚ ਇਹਦੀ ਖੇਤੀ ਪੁਰਤਗੀ ਲੈ ਕੇ ਆਏ ਸੀ, ਪੁਰਤਗਾਲੀ ਲੈ ਕੇ ਆਏ ਸੀ, ਨਾ ਕਿ ਅੰਗਰੇਜ਼। ਪੜ੍ਹ ਲੈਂਦੇ ਜੀ। ਰਾਜਾ ਟੋਡਰਮਲ ਅਕਾਊਂਟੈਂਟ ਸੀ ਜੀ ਅਕਬਰ ਦੇ ਦਰਬਾਰ ਵਿੱਚ। ਉਸਨੇ ਅਕਬਰ ਦੇ ਯੋਗ ਮੰਤਰੀ ਵਜੋਂ ਮਿੱਟੀ ਦੀ ਪ੍ਰਕਿਰਤੀ ਮਤਲਬ ਨੇਚਰ ਅਤੇ ਫਸਲਾਂ ਦੀ ਗੁਣਵੱਤਾ ਦੇ ਆਧਾਰ ਤੇ ਜ਼ਮੀਨੀ ਮਾਲੀਏ ਦਾ ਮੁਲਾਂਕਣ ਸ਼ੁਰੂ ਕੀਤਾ ਸੀ। ਭਾਰਤੀ ਉਪ ਮਹਾਦੀਪ ਤੇ ਮੁਗਲ ਸਾਮਰਾਜ ਦੇ ਸੰਸਥਾਪਕ ਬਾਬਰ ਨੇ ਲੜਾਈ ਵਿੱਚ ਹਥਿਆਰ, ਬੰਦੂਕ ਦੀਆਂ ਗੱਡੀਆਂ ਅਤੇ ਚੱਲ ਤੋਪਖਾਨੇ, ਮੋਬਾਈਲ ਤੋਪਾਂ ਦੀ ਵਰਤੋਂ ਕੀਤੀ। ਪਾਣੀਪਤ ਦੀ ਲੜਾਈ 1526 ਵਿੱਚ ਉਸਨੇ ਇਬਰਾਹਿਮ ਲੋਧੀ ਦੀਆਂ ਬਹੁਤ ਵੱਡੀਆਂ ਫੌਜਾਂ ਨੂੰ ਹਰਾਉਣ ਲਈ
ਮੋਬਾਈਲ ਤੋਪਾਂ ਦੀ ਵਰਤੋਂ ਕੀਤੀ। ਦੇਖੋ ਇਹ ਗੱਲ ਸੀਗੀ ਕਿ ਇਬਰਾਹਿਮ ਲੋਧੀ ਦੀ ਫੌਜ ਕਾਫੀ ਜ਼ਿਆਦਾ ਸੀ। ਬਾਬਰ ਘੱਟ ਫੌਜ ਹੁੰਦਿਆਂ ਵੀ ਜਿੱਤ ਗਿਆ ਸੀ। ਉਹਦਾ ਮੇਨ ਕਾਰਨ ਸੀ ਕਿ ਬਾਬਰ ਕੋਲ ਤੋਪਾਂ ਸਨ। 16ਵੀਂ ਜਾਂ 17ਵੀਂ ਸਦੀ ਵਿੱਚ ਪੁਰਤਗਾਲੀ ਲੋਕਾਂ ਦੁਆਰਾ ਭਾਰਤ ਵਿੱਚ ਤੰਬਾਕੂ ਦੀ ਸ਼ੁਰੂਆਤ ਕੀਤੀ ਗਈ ਸੀ। ਠੀਕ ਹੈ ਜੀ। ਅੱਗੇ ਗੱਲ ਆਉਂਦੀ ਹੈ ਜੀ, ਦ ਇਲਬਰਟ ਬਿੱਲ ਕੰਟਰੋਵਰਸੀ ਵਾਜ਼ ਰਿਲੇਟਡ ਟੂ। ਫਿਰ ਇਲਬਰਟ ਬਿੱਲ ਆ ਗਿਆ, ਅਸੀਂ ਪਹਿਲਾਂ ਪੜ੍ਹਿਆ। ਦੇਖੋ ਕਿੰਨੇ ਪ੍ਰਸ਼ਨ ਤਾਂ ਡਾਇਰੈਕਟਲੀ ਰਿਪੀਟ ਹੋ ਰਹੇ ਆ। ਇਲਬਰਟ ਬਿੱਲ ਇਹ ਕਹਿੰਦਾ ਸੀਗਾ, ਯਾਦ ਕਰੋ, ਕਿ ਜਿਹੜੇ ਭਾਰਤੀ ਜੱਜ ਆ, ਜੇ ਕੋਈ ਬ੍ਰਿਟਿਸ਼ ਬੰਦਾ ਆ ਉਹਦੇ ਖਿਲਾਫ ਕ੍ਰਿਮੀਨਲ ਕੇਸ ਆ ਤਾਂ ਉਹਦੇ ਲਈ ਜੱਜ ਭਾਰਤੀ ਹੋ ਸਕਦਾ ਆ। ਭਾਵ ਭਾਰਤੀ ਜੱਜਾਂ ਨੂੰ ਬ੍ਰਿਟਿਸ਼ ਜੱਜਾਂ ਦੇ ਬਰਾਬਰ ਰੱਖਿਆ ਗਿਆ। ਪਰ ਇਹ ਬਿੱਲ ਹਟਾ ਦਿੱਤਾ ਗਿਆ ਸੀ, ਪਾਸ ਨਹੀਂ ਸੀ ਹੋ ਸਕਿਆ। ਦੇਖ ਲਓ ਜੀ ਕੀ ਹੈ ਜੀ ਆਨਸਰ। ਇੰਪੋਜੀਸ਼ਨ ਆਫ ਸਰਟਨ ਰਿਸਟ੍ਰਿਕਸ਼ਨਸ ਟੂ ਕੈਰੀ ਆਰਮਸ ਬਾਈ ਇੰਡੀਅਨਸ। ਆਰਮਸ ਊਮਸ ਨਹੀਂ ਜੀ। ਇੰਪੋਜੀਸ਼ਨ ਆਫ ਰਿਸਟ੍ਰਿਕਸ਼ਨਸ ਆਫ ਨਿਊਜ਼ਪੇਪਰ ਵਗੈਰਾ, ਨਿਊਜ਼ਪੇਪਰ ਨਾਲ ਸੰਬੰਧਿਤ ਨਹੀਂ ਸੀ। ਰਿਮੂਵਲ ਆਫ ਡਿਸਕੁਆਲੀਫਿਕੇਸ਼ਨਸ ਇੰਪੋਜ਼ਡ ਔਨ ਦ ਇੰਡੀਅਨ ਮੈਜਿਸਟ੍ਰੇਟਸ ਵਿਦ ਰਿਗਾਰਡ ਟੂ ਦ ਟ੍ਰਾਇਲ ਆਫ ਯੂਰੋਪੀਅਨਸ। ਦੇਖਾ ਨਾ, ਇੰਡੀਅਨ ਮੈਜਿਸਟ੍ਰੇਟ ਪਹਿਲਾਂ ਯੂਰੋਪੀਅਨ ਦਾ ਕੇਸ ਨਹੀਂ ਸੀ ਸੁਣ ਸਕਦੇ, ਕ੍ਰਿਮੀਨਲ ਕੇਸ। ਪਰ ਹੁਣ ਕੀ ਆ, ਇਲਬਰਟ ਬਿੱਲ ਦੇ ਕਾਰਨ, ਇਲਬਰਟ ਬਿੱਲ ਵਿੱਚ ਇਹ ਕਿਹਾ ਸੀ ਕਿ ਯੂਰੋਪੀਅਨ ਦੇ ਖਿਲਾਫ ਕੇਸ ਭਾਰਤੀ ਜੱਜ ਵੀ ਸੁਣ ਸਕਦਾ ਆ। ਪਰ ਇਹ ਬਿੱਲ ਹਟ ਗਿਆ ਸੀ, ਪਾਸ ਨਹੀਂ ਸੀ ਹੋ ਪਾਇਆ। ਆਹ ਗੱਲ ਸੀ ਜੀ। ਰਿਮੂਵਲ ਆਫ ਏ ਡਿਊਟੀ ਔਨ ਇੰਪੋਰਟਡ ਕਾਟਨ ਕਲੋਥ, ਨਹੀਂ ਇਹ ਵੀ ਹੈ ਨਹੀਂ ਗਾ। ਆਨਸਰ ਆ ਜੀ ਸੀ। ਦ ਰੈਡਕਲਿਫ ਕਮੇਟੀ ਵਾਸ ਅਪਾਇੰਟਡ ਟੂ। ਹੁਣ ਤੁਹਾਨੂੰ ਪਤਾ ਹੋਏਗਾ ਕਿ ਰੈਡਕਲਿਫ ਲਾਈਨ ਕੀ ਹੈ ਜੀ। ਇੰਡੀਆ ਤੇ ਪਾਕਿਸਤਾਨ ਵਿੱਚ ਜਿਹੜੀ ਬਾਉਂਡਰੀ ਆ ਉਹਨੂੰ ਕਹਿੰਦੇ ਜੀ ਰੈਡਕਲਿਫ ਲਾਈਨ। ਦੇਖੋ ਹੋਰ ਕਿਤੇ ਹੈ ਜੀ ਬਾਉਂਡਰੀ ਵਾਲੀ ਗੱਲ, ਮਾਈਨੋਰਿਟੀ ਦੀ ਗੱਲ ਹੋ ਗਈ ਆ। ਤੇ ਆ ਹੈ ਜੀ, ਟੂ ਡੀਲਿਮਿਟ ਦ ਬਾਉਂਡਰੀਜ਼ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਪਾਕਿਸਤਾਨ ਤੇ ਇੰਡੀਆ ਵਿੱਚ ਬਾਉਂਡਰੀ ਨਿਰਧਾਰਿਤ ਕਰਨ ਲਈ ਰੈਡਕਲਿਫ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਦਾ ਹੈਡ ਸੀ ਸਿਰਿਲ ਰੈਡਕਲਿਫ, ਇਸ ਲਈ ਇਸ ਨੂੰ ਰੈਡਕਲਿਫ ਕਮੇਟੀ ਕਹਿੰਦੇ ਆ। ਅੱਗੇ ਪੜ੍ਹਦੇ ਹਾਂ। ਦ ਪਾਰਟੀਸ਼ਨ ਆਫ ਬੰਗਾਲ ਮੇਡ ਬਾਈ ਲਾਰਡ ਕੁਰਜ਼ਨ ਇਨ 1905 ਲਾਸਟਡ ਅੰਟਿਲ। ਲਾਰਡ ਕੁਰਜ਼ਨ ਨੇ ਬੰਗਾਲ ਦਾ ਵਿਭਾਜਨ ਕਰ ਦਿੱਤਾ ਸੀਗਾ 1905 ਵਿੱਚ। ਉਹ ਕਹਿੰਦੇ ਵੀ ਇਹ ਕਦੋਂ ਤੱਕ ਜਾਰੀ ਰਿਹਾ, ਭਾਵ ਇਸ ਨੂੰ ਕਦੋਂ ਵਾਪਸ ਲੈ ਲਿਆ ਗਿਆ ਸੀ। ਠੀਕ। ਦ ਫਸਟ ਵਰਲਡ ਵਾਰ when the Indian troops were needed by the British and the partition was ended। 1914 ਵਿੱਚ ਸ਼ੁਰੂ ਹੋਈ ਸੀ ਨਾ ਪਹਿਲੀ ਫਸਟ ਵਰਲਡ ਵਾਰ। ਕਹਿੰਦੇ ਉਸ ਵੇਲੇ ਪਾਰਟੀਸ਼ਨ ਨੂੰ ਖਤਮ ਕਰ ਦਿੱਤਾ ਗਿਆ। ਨਹੀਂ, ਇਹ ਆਨਸਰ ਨਹੀਂ। ਸਿੱਧਾ ਆਨਸਰ ਆ ਜੀ, ਇਹ 1911 ਨੂੰ ਖਤਮ ਕਰ ਦਿੱਤੀ ਗਈ ਸੀ। ਕਿੰਗ ਜਾਰਜ ਪੰਜਵਾਂ ਐਬਰੋਗੇਟਡ ਕਰਜ਼ਨਸ ਐਕਟ ਐਟ ਦਾ ਰਾਇਲ ਦਰਬਾਰ ਇਨ ਦਿੱਲੀ। ਹੁਣ ਦਿੱਲੀ ਵਿੱਚ ਰਾਇਲ ਦਰਬਾਰ ਲਗਾਇਆ ਤੇ ਬੰਗਾਲ ਦੇ ਵਿਭਾਜਨ ਨੂੰ ਬੰਦ ਕਰ ਦਿੱਤਾ, ਖਤਮ ਕਰ ਦਿੱਤਾ। ਕਦੋਂ? 1911 ਵਿੱਚ। ਤੇ ਇਸੇ ਵੇਲੇ ਹੀ ਉਸਨੇ ਜਿਹੜੀ ਰਾਜਧਾਨੀ ਆ ਉਹ ਦਿੱਲੀ ਸ਼ਿਫਟ ਕਰਤੀ ਸੀ। ਗਾਂਧੀ ਜੀ ਲਾਂਚ ਸਿਵਲ ਡਿਸਓਬੀਡੀਐਂਸ ਮੂਵਮੈਂਟ, ਇਹ ਵੀ ਨਹੀਂ ਹੈਗਾ ਹਨਾ। 47 ਵਿੱਚ ਕੀਤਾ, ਨਹੀਂ ਇਹ ਨਹੀਂ ਹੈ। ਆ ਜੀ ਬੀ ਆਨਸਰ ਆ। 1911 ਵਿੱਚ ਰਾਜਾ ਜਾਰਜ ਪੰਜਵਾਂ ਭਾਰਤ ਆਇਆ। ਦਿੱਲੀ ਵਿਖੇ ਇੱਕ ਦਰਬਾਰ ਆਯੋਜਿਤ ਕੀਤਾ ਗਿਆ ਅਤੇ ਭਾਰਤ ਦੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਤਬਦੀਲ ਕਰ ਦਿੱਤੀ ਗਈ ਅਤੇ ਬੰਗਾਲ ਦੀ ਵੰਡ ਨੂੰ ਰੱਦ ਕਰ ਦਿੱਤਾ ਗਿਆ। What was or were the object ਜਾਂ objects of Queen Victoria's proclamation? ਜਦੋਂ 57 ਦਾ ਵਿਦਰੋਹ ਹੋਇਆ ਉਸ ਤੋਂ ਬਾਅਦ 1858 ਵਿੱਚ ਇੰਗਲੈਂਡ ਦੀ ਮਹਾਰਾਣੀ ਨੇ ਹਨਾ, ਕੁਈਨ ਵਿਕਟੋਰੀਆ ਨੇ ਘੋਸ਼ਣਾ ਕੀਤੀ, ਤਾਂ ਉਹਦਾ ਕੀ ਮੰਤਵ ਸੀ? ਉਹਦਾ ਕੀ ਮੰਤਵ ਸੀ? ਦੇਖੋ ਜੀ ਕਰੈਕਟ ਆਨਸਰ ਲੱਭਣਾ ਆਪਾਂ। ਟੂ ਡਿਸਕਲੇਮ ਐਨੀ ਇੰਟੈਂਸ਼ਨ ਟੂ ਅਨੈਕਸ ਇੰਡੀਅਨ ਸਟੇਟਸ। ਉਹ ਕਹਿੰਦੇ ਵੀ ਅਸੀਂ ਹੁਣ ਬਾਅਦ ਵਿੱਚ ਹੁਣ ਕੋਈ ਇੰਡੀਅਨ ਸਟੇਟ ਨੂੰ ਆਪਣੇ ਅਧੀਨ ਨਹੀਂ ਕਰਾਂਗੇ। ਇਹ ਗੱਲ ਹੈ, ਉਹਨਾਂ ਨੇ ਕਿਹਾ ਸੀ ਵੀ ਆਪਾਂ ਹੁਣ ਕੋਈ ਇੰਡੀਅਨ ਸਟੇਟ ਨੂੰ ਫਰਦਰ ਆਪਣੇ ਅਧੀਨ ਨਹੀਂ ਕਰਾਂਗੇ। ਜਿਸ ਤਰ੍ਹਾਂ ਵਿਦਰੋਹ ਤੋਂ ਪਹਿਲਾਂ ਡਾਕਟਰੀਨ ਆਫ ਲੈਪਸ ਕਰਕੇ ਕਾਫੀ ਰਿਆਸਤਾਂ ਬ੍ਰਿਟਿਸ਼ ਵਿੱਚ ਮਿਲਾ ਲਈਆਂ ਗਈਆਂ ਸਨ, ਤਾਂ ਇਸ ਕਰਕੇ ਭਾਰਤੀ ਰਿਆਸਤਾਂ ਵਿੱਚ ਕਾਫੀ ਰੋਸ਼ ਸੀਗਾ, ਤਾਂ ਹੀ ਤਾਂ 57 ਦਾ ਵਿਦਰੋਹ ਹੋਇਆ। ਤੇ ਫਿਰ ਰਾਣੀ ਨੇ ਕਿਹਾ ਕਿ ਅਸੀਂ ਹੁਣ ਕੋਈ ਇਹ ਇੰਟੈਂਸ਼ਨ ਆ ਸਾਡੀ, ਕੋਈ ਇੰਡੀਅਨ ਸਟੇਟ ਨੂੰ ਅਨੈਕਸ ਨਹੀਂ ਕਰਨਾ, ਆਪਣੇ ਵਿੱਚ ਨਹੀਂ ਮਿਲਾਉਣਾ। ਗੱਲ ਸਹੀ ਹੈ ਜੀ। ਟੂ ਪਲੇਸ ਦਾ ਇੰਡੀਅਨ ਐਡਮਿਨਿਸਟ੍ਰੇਸ਼ਨ ਅੰਡਰ ਦਾ ਬ੍ਰਿਟਿਸ਼ ਕਰਾਊਨ।
ਸਿੱਧਾ ਬ੍ਰਿਟਿਸ਼ ਤਾਜ ਦੇ ਅਧੀਨ ਇੰਡੀਅਨ ਐਡਮਿਨਿਸਟ੍ਰੇਸ਼ਨ ਲੈ ਲਿਆ ਸੀ। ਇਹ ਵੀ ਗੱਲ ਸਹੀ ਹੈ ਜੀ, ਈਸਟ ਇੰਡੀਆ ਕੰਪਨੀ ਨੂੰ ਖਤਮ ਕਰਤਾ, ਸਿੱਧਾ ਐਡਮਿਨਿਸਟ੍ਰੇਸ਼ਨ ਆਪਣੇ ਕੋਲ ਲੈ ਲਿਆ। ਟੂ ਰੈਗੂਲੇਟ ਈਸਟ ਇੰਡੀਆ ਕੰਪਨੀਜ਼ ਟ੍ਰੇਡ ਵਿਦ ਇੰਡੀਆ, ਈਸਟ ਇੰਡੀਆ ਕੰਪਨੀ ਦਾ ਇੰਡੀਆ ਦੇ ਨਾਲ ਟ੍ਰੇਡ ਨੂੰ ਕੀ ਕਰਨਾ, ਆਪਾਂ ਰੈਗੂਲੇਟ ਕਰਾਂਗੇ। ਇਹ ਗੱਲ ਨਹੀਂ ਹੈ ਜੀ, ਕਿਉਂਕਿ ਈਸਟ ਇੰਡੀਆ ਕੰਪਨੀ ਨੂੰ ਹੀ ਖਤਮ ਕਰਤਾ, ਇਸ ਕਰਕੇ ਇਹ ਗੱਲ ਨਹੀਂ ਆ। ਤੀਸਰਾ ਚੱਕ ਦੋ, ਆਂਸਰ ਆ ਜੀ ਪਹਿਲਾ ਤੇ ਦੂਸਰਾ, ਇਹ ਆਂਸਰ ਹੈ ਜੀ। ਇੱਕ ਕਮਿਊਨਿਟੀ ਆਫ ਪੀਪਲ, ਇੱਕ ਸਮੁਦਾਇ ਆ, ਉਹਨੂੰ ਕਹਿੰਦੇ ਜੀ ਮੰਗਾਨਿਆਰ ਕਹਿੰਦੇ ਆ ਜੀ। ਇਜ਼ ਵੈਲ ਨੋਨ ਫੋਰ ਦੇਅਰ, ਉਹ ਕਿਸ ਗੱਲ ਕਰਕੇ ਪ੍ਰਸਿੱਧ ਆ? ਇਹ ਜੀ ਇੰਡੀਆ ਦੇ ਨਾਰਥ ਵੈਸਟ ਵਿੱਚ, ਉੱਤਰ ਪੱਛਮ ਏਰੀਏ, ਤੁਹਾਡੇ ਰਾਜਸਥਾਨ, ਸਿੰਧ, ਇਸ ਏਰੀਏ ਵਿੱਚ ਨਾ ਇੱਕ ਮਿਊਜ਼ੀਕਲ ਟ੍ਰੈਡੀਸ਼ਨ ਵਾਲੀ ਕਮਿਊਨਿਟੀ ਆ। ਬੀ ਆਂਸਰ ਆ ਦੇਖ ਲਓ। ਇਸ ਤਰ੍ਹਾਂ ਦੇ ਲੋਕ ਆ ਜੀ, ਇਹ ਬੇਸਿਕਲੀ ਮੁਸਲਿਮ ਆ, ਇਹ ਗਾਉਣਾ ਵਜਾਉਣਾ ਕਰਦੇ ਆ ਜੀ, ਆਪਣਾ ਟ੍ਰੈਡੀਸ਼ਨਲ ਮਿਊਜ਼ਿਕ ਗਾਉਂਦੇ ਆ। ਇਹਨਾਂ ਨੂੰ ਮੰਗਨਿਆਰ ਵੀ ਕਹਿੰਦੇ ਆ ਤੇ ਮੰਗਨਹਾਰ ਵੀ ਕਹਿੰਦੇ ਆ। ਇਹ ਸਿੰਧ ਅਤੇ ਰਾਜਸਥਾਨ ਵਿੱਚ ਪਾਇਆ ਜਾਣ ਵਾਲਾ ਇੱਕ ਮੁਸਲਿਮ ਭਾਈਚਾਰਾ ਹੈ। ਉਹ ਖਾਨਦਾਨੀ ਪੇਸ਼ੇਵਰ ਸੰਗੀਤਕਾਰਾਂ ਦੇ ਸਮੂਹ ਹਨ। ਕੀ ਆ? ਉਹਨਾਂ ਦੇ ਆਪਣੇ ਖਾਨਦਾਨੀ ਪੇਸ਼ੇਵਰ ਸੰਗੀਤਕਾਰ ਆ ਇਹ। ਇਹਨਾਂ ਦੇ ਗੀਤਾਂ ਨੂੰ ਪੀੜ੍ਹੀਆਂ ਤੋਂ ਅਮੀਰ ਜ਼ਮੀਂਦਾਰਾਂ ਅਤੇ ਕੁਲੀਨ ਲੋਕਾਂ ਦੁਆਰਾ ਸਮਰਥਨ ਦਿੱਤਾ ਗਿਆ ਹੈ। ਅਮੀਰ ਜਿਹੜੇ ਜ਼ਮੀਂਦਾਰ ਆ ਉਹ ਵੀ ਇਹਨਾਂ ਨੂੰ ਪੈਟਰੋਨੇਜ ਦਿੰਦੇ ਆ, ਤੇ ਜਿਹੜੇ ਨੋਬਲਸ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਪੈਟਰੋਨੇਜ ਦਿੱਤੀ ਆ। ਇਹ ਬੇਸਿਕਲੀ ਨਾ ਉਹਨਾਂ ਦੀ ਸਿਫਤਾਂ ਦੇ ਜਾਂ ਉਹਨਾਂ ਅਲੱਗ-ਅਲੱਗ ਰੀਜ਼ਨਸ ਦੇ ਇਸ ਤਰ੍ਹਾਂ ਗੀਤ ਵਗੈਰਾ ਗਾਉਂਦੇ ਸੀ, ਤੇ ਲੋਕੀ ਫਿਰ ਜਿਹੜੇ ਸੀਗੇ ਅਮੀਰ ਲੋਕ ਇਹਨਾਂ ਨੂੰ ਇਵਜ਼ਾਨੇ ਵਗੈਰਾ ਦਿੰਦੇ ਹੁੰਦੇ ਆ। ਇਹ ਟ੍ਰੈਡੀਸ਼ਨਲ ਗਵਈਏ ਆ, ਠੀਕ, ਰਾਜਸਥਾਨ ਅਤੇ ਸਿੰਧ ਵਿੱਚ ਪਾਏ ਜਾਣ ਵਾਲਾ ਮੁਸਲਿਮ ਭਾਈਚਾਰਾ ਆ। ਇਹ ਵੀ ਇੰਟਰਸਟਿੰਗ ਗੱਲ ਆ, ਮੁਸਲਿਮ ਆ ਜੀ ਇਹ। ਤੁਸੀਂ ਪੰਜਾਬ ਵਿੱਚ ਵੀ ਦੇਖੋ ਨਾ, ਸਾਡੇ ਡੋਮ, ਮਰਾਸੀ, ਸੋ ਕਾਲਡ ਇਹ ਮੁਸਲਿਮ ਧਰਮ ਨਾਲ ਸੰਬੰਧਿਤ ਆ। ਹਾਲਾਂਕਿ ਇਹਨਾਂ ਦੀ ਹਿਸਟਰੀ ਟ੍ਰੇਸ ਕਰੂੰਗੇ ਤਾਂ ਇਹ ਵਿਚਾਰੇ ਸੋ ਕਾਲਡ ਆਪਣੇ ਨਾ ਜਿਹੜੀਆਂ ਨਿਚਲੀਆਂ ਜਾਤਾਂ ਨੂੰ ਬਿਲੋਂਗ ਕਰਦੇ ਆ, ਡੋਮ, ਮਰਾਸੀ, ਤਾਂ ਕਿਤੇ ਨਾ ਕਿਤੇ ਜਾ ਕੇ ਇਹ ਤੁਸੀਂ ਪਾਓਗੇ ਇਹਨਾਂ ਦਾ ਹਿੰਦੂ ਤੋਂ ਮੁਸਲਿਮ ਵਿੱਚ ਕਨਵਰਜਨ ਹੋਇਆ ਸੀ। ਤੇ ਇਹਨਾਂ ਵਿੱਚ ਕੋਈ ਇੰਨੇ ਕੱਟੜ ਨਹੀਂ ਹੁੰਦੇ ਜਿਹੜੇ ਆਪਣੇ ਨਾ, ਜਿੱਦਾਂ ਹੁਣ ਤੁਸੀਂ ਦੇਖੋ ਨਾ ਆਪਣੇ ਵੀ ਜਿਹੜੇ ਮਰਾਸੀ, ਡੋਮਸ ਜਿਹੜੇ ਗਵਈਏ ਆ, ਗੁਰੂ ਘਰ ਨਾਲ ਸੰਬੰਧਿਤ ਸੀਗੇ। ਭਾਈ ਮਰਦਾਨਾ ਹੋ ਗਏ, ਤੇ ਆਪਣਾ ਇੱਧਰ ਦੇਖੋ ਨਾ ਮਾਸਟਰ ਸਲੀਮ ਆ, ਉਹ ਭੇਂਟਾਂ ਵੀ ਗਾਉਂਦਾ ਆ ਮਾਤਾ ਦੀਆਂ, ਠੀਕ। ਉਹ ਆਪਣਾ ਪੀਰਾਂ ਦੀ ਦਰਗਾਹਾਂ ਤੇ ਵੀ ਗਾਉਂਦੇ ਆ। ਤੇ ਇਹ ਕੀ ਕਰਦੇ ਆ, ਇਹ ਇੰਨੇ ਕੱਟੜ ਨਹੀਂ ਹੁੰਦੇ। ਇਹ ਗਵਈਏ ਆ ਟ੍ਰੈਡੀਸ਼ਨਲ। ਤੇ ਤੁਸੀਂ ਯਾਦ ਰੱਖਣਾ, ਮੰਗਨਹਾਰ ਕੌਣ ਆ ਜੀ? ਟ੍ਰੈਡੀਸ਼ਨਲ ਮਿਊਜ਼ੀਸ਼ੀਅਨ ਆ ਇਹ। ਓਕੇ ਜੀ। ਦਾ ਗਦਰ ਕੀ ਸੀ ਜੀ? ਪੰਜਾਬੀਆਂ ਨੂੰ ਤਾਂ ਪਤਾ ਹੋਣਾ ਚਾਹੀਦਾ। ਇਹ ਰੈਵੋਲੂਸ਼ਨਰੀ ਐਸੋਸੀਏਸ਼ਨ ਆਫ ਇੰਡੀਅਨਸ ਵਿਦ ਹੈਡਕੁਆਟਰ ਐਟ ਸੈਨ ਫਰਾਂਸਿਸਕੋ, ਠੀਕ ਹੈ ਨਾ। ਕ੍ਰਾਂਤੀਕਾਰੀ ਗਰੁੱਪ ਸੀ ਜੀ ਇਹ ਭਾਰਤੀਆਂ ਦਾ। ਇਹਨਾਂ ਦਾ ਹੈਡਕੁਆਟਰ ਕਿੱਥੇ ਸੀ? ਸੈਨ ਫਰਾਂਸਿਸਕੋ, ਕਿੱਥੇ? ਅਮਰੀਕਾ ਵਿੱਚ। ਇਹ ਕਹਿੰਦੇ ਸੀ ਪੰਜਾਬ ਵਿੱਚ ਭਾਰਤ ਵਿੱਚ ਅਸੀਂ ਗਦਰ ਲੈ ਕੇ ਆਉਣਾ। ਕਰਤਾਰ ਸਿੰਘ ਸਰਾਭਾ, ਹੈ ਨਾ, ਸੋਹਣ ਸਿੰਘ ਪਕਨਾ, ਲਾਲਾ ਹਰਦਿਆਲ ਵਗੈਰਾ, ਇਹ ਸਾਰੇ ਇਹਨਾਂ ਨਾਲ, ਇਸ ਗਰੁੱਪ ਨਾਲ ਸੰਬੰਧਿਤ ਸਨ। ਗਦਰ ਪਾਰਟੀ ਪੰਜਾਬੀ ਭਾਰਤੀਆਂ ਦੁਆਰਾ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਈ ਇੱਕ ਇਨਕਲਾਬੀ ਜਥੇਬੰਦੀ ਸੀ। ਮੁੱਖ ਮੈਂਬਰਾਂ ਵਿੱਚ ਲਾਲਾ ਹਰਦਿਆਲ, ਸੋਹਣ ਸਿੰਘ ਪਕਨਾ, ਕਰਤਾਰ ਸਿੰਘ ਸਰਾਭਾ, ਰਾਸ ਬਿਹਾਰੀ ਬੋਸ ਸ਼ਾਮਿਲ ਸਨ। ਇਸ ਦਾ ਹੈਡਕੁਆਟਰ ਸੈਨ ਫਰਾਂਸਿਸਕੋ ਵਿਖੇ ਸੀ। With reference to Indian history, which of the following is our essential elements of feudal system? ਜਗੀਰਦਾਰੀ ਸਿਸਟਮ ਦਾ ਮੁੱਖ ਐਲੀਮੈਂਟ ਕਿਹੜੇ ਸੀ? ਮੁੱਖ ਲੱਛਣ ਕੀ ਸੀ ਜੀ ਜਗੀਰਦਾਰੀ ਸਿਸਟਮ, ਫਿਊਡਲ ਸਿਸਟਮ? ਆਪਾਂ ਕਈ ਵਾਰ ਕਹਿੰਦੇ ਨਾ ਕਿ ਇਹਦਾ ਐਟੀਟਿਊਡ ਫਿਊਡਲ ਐਟੀਟਿਊਡ ਆ। ਇਹ ਬੇਸਿਕਲੀ ਨਾ ਤੁਸੀਂ ਇਹ ਸਮਝ ਲਓ ਕਿ ਜਿੱਦਾਂ ਹੁਣ ਮੇਨ ਰਾਜਾ ਹੁੰਦਾ ਸੀਗਾ, ਉਹਦੇ ਅੱਗੇ ਹੁੰਦੇ ਸੀ ਨੋਬਲਸ, ਹੈ ਨਾ। ਇੱਦਾਂ ਕਰਦੇ ਕਰਦੇ ਜਿਹੜੀ ਮੇਨ ਤੁਹਾਡੇ ਰਿਆਸਤਾਂ ਨਾ, ਉਹਦੇ ਵਿੱਚ ਜਗੀਰਾਂ ਵੰਡ ਦਿੱਤੀਆਂ ਜਾਂਦੀਆਂ ਸਨ। ਜਗੀਰਦਾਰਾਂ ਨੂੰ ਜਗੀਰਾਂ ਵੰਡ ਦਿੱਤੀਆਂ ਜਾਂਦੀਆਂ ਸਨ ਵੀ ਇੰਨੀ ਜ਼ਮੀਨ ਤੇਰੀ, ਜ਼ਮੀਨ ਮਤਲਬ ਜਗੀਰ, ਜ਼ਿਆਦਾ ਜ਼ਮੀਨ, ਇੰਨੀ ਜ਼ਮੀਨ ਤੇਰੀ, ਇੰਨੀ ਜ਼ਮੀਨ ਤੇਰੀ ਤੇ ਇੰਨੀ ਜ਼ਮੀਨ ਤੇਰੀ। ਹੁਣ ਇਹ ਜਗੀਰਦਾਰਾਂ ਨੇ ਕੀ ਕਰਨਾ ਸੀ, ਆਪਣੇ ਏਰੀਏ ਵਿੱਚ ਇਹ ਰਾਜ ਕਰਦੇ ਸੀ। ਤਾਂ ਇਹ ਫਿਰ ਇਸੇ ਕਰਕੇ ਇਹਨਾਂ ਵਿੱਚ ਕਾਫੀ ਉਹ ਆ ਗਈਆਂ ਸੀਗੀਆਂ, ਕਹਿ ਲਓ ਵੀ ਕੁਰੀਤੀਆਂ ਕਹਿ ਲਓ। ਇਹ ਜਨਤਾ ਦਾ ਐਕਸਪਲੋਇਟੇਸ਼ਨ ਵੀ ਕਰਦੇ ਸੀ, ਕਿਉਂਕਿ ਇਹਨਾਂ ਨੇ ਤਾਂ ਬੇਸਿਕਲੀ ਜ਼ੋਰ ਦੇ ਨਾਲ ਟੈਕਸ ਲੈਣਾ ਹੁੰਦਾ ਸੀ ਜਨਤਾ ਕੋਲੋਂ, ਆਮ ਕਿਸਾਨਾਂ ਕੋਲੋਂ, ਕਾਰੀਗਰਾਂ ਕੋਲੋਂ ਇਹ ਟੈਕਸ ਲੈਂਦੇ ਸੀਗੇ ਤੇ ਪਿੱਛੇ ਸੈਂਟਰਲ ਗੌਰਮੈਂਟ ਨੂੰ ਦਿੰਦੇ ਸੀਗੇ।
ਹੁਣ ਫਿਰ ਇਹਨਾਂ ਦੇ ਹੱਥ ਸੀਗਾ, ਜੇ ਇਹਨਾਂ ਨੂੰ ਜ਼ਿਆਦਾ ਟੈਕਸ ਚਾਹੀਦਾ ਤਾਂ ਇਹ ਜ਼ਿਆਦਾ ਟੈਕਸ ਵਸੂਲ ਲੈਂਦੇ ਸੀਗੇ। ਆਮ ਜਨਤਾ ਤੇ ਇਹ ਕੀ ਸੀਗੇ, ਅਤਿਆਚਾਰੀ ਬਣ ਗਏ ਸੀ। ਤੇ ਸਮਾਜ ਵਿੱਚ ਕੀ ਸੀਗੇ, ਆਪਣੀ ਊਚ ਨੀਚ ਵੱਧ ਗਈ, ਕਿਉਂਕਿ ਇਹ ਅਮੀਰ ਹੋ ਗਏ ਜਗੀਰਦਾਰ, ਆਮ ਜਨਤਾ ਗਰੀਬ ਹੁੰਦੀ ਗਈ। ਇਹ ਸੀ ਫਿਊਡਲ ਸਿਸਟਮ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ, ਭਾਰਤ ਵਿੱਚ ਫਿਊਡਲ ਸਿਸਟਮ ਹਾਵੀ ਸੀਗਾ। ਮੈਨੂੰ ਸਮਝ ਲਿਆ ਆਪਾਂ। ਤੇ ਦੇਖੋ ਨਾ, ਫਿਰ ਇਹ ਜਿਹੜੇ ਜਗੀਰਦਾਰ ਆ, ਉਸ ਵੇਲੇ ਫਿਰ ਇਹਨਾਂ ਨੇ ਆਪਣੀ ਐਸ਼ ਵੀ ਲੱਭੀ, ਔਰਤ ਵੀ ਭੋਗ ਦੀ ਵਸਤੂ ਬਣ ਗਈ, ਹੈ ਨਾ। ਤੇ ਹੋਰ ਵੀ ਇੰਜੋਏਮੈਂਟ ਦੇ ਸਾਧਨ, ਜਿਸ ਤਰ੍ਹਾਂ ਤੁਸੀਂ ਸਮਝ ਲਓ ਵੀ ਸ਼ਰਾਬ ਪੀਣਾ, ਇਸ ਤਰ੍ਹਾਂ ਦੇ ਵੀ ਜਿੰਨੇ ਇੰਜੋਏਮੈਂਟ ਦੇ ਸੀਗੇ, ਇਹਨਾਂ ਨੇ ਫਿਰ ਉਹ ਸਾਧਨ ਅਪਣਾਏ। ਇਸ ਕਰਕੇ ਇਹਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਫਿਊਡਲ ਸਿਸਟਮ ਨੂੰ। ਹਾਂ, ਜਿਹੜੇ ਜਗੀਰਦਾਰ ਉਹਨਾਂ ਦੀ ਤਾਂ ਐਸ਼ ਹੁੰਦੀ ਸੀ, ਪਰ ਆਮ ਜਨਤਾ ਨੂੰ ਦੁੱਖ ਤਕਲੀਫਾਂ ਹੁੰਦੀਆਂ ਸਨ। ਆਪਣੀ ਇਹ ਨਾ ਡੰਡੇ ਦੇ ਜ਼ੋਰ ਨਾਲ ਟੈਕਸ ਵਸੂਲਦੇ ਸੀ। ਹਾਂ, ਕੁਛ ਗੱਲਾਂ ਸਹੀ ਸੀਗੀਆਂ ਵੀ, ਕਈ ਵਾਰ ਇਹ ਦਇਆਵਾਨ ਵੀ ਹੋ ਜਾਂਦੇ ਸੀ। ਚਲੋ ਠੀਕ ਆ ਜੀ, ਜੇ ਨਹੀਂ ਮੀਂਹ ਪਿਆ, ਜੇ ਫਸਲ ਘੱਟ ਹੋਈ ਆ ਤਾਂ ਇਹ ਟੈਕਸ ਥੋੜ੍ਹਾ ਘਟਾ ਵੀ ਦਿੰਦੇ ਸੀ। ਚਲੋ ਜੀ, ਸਾਡਾ ਤੁਹਾਡਾ ਰਿਲੇਸ਼ਨ ਆ ਜੀ, ਕਿਸਾਨਾਂ ਨਾਲ ਸੰਬੰਧ ਆ ਜੀ ਜਗੀਰਦਾਰਾਂ ਦਾ, ਇਸ ਕਰਕੇ ਟੈਕਸ ਥੋੜ੍ਹਾ ਘਟਾ ਤਾ ਤੇ ਦਿਲ ਕੀਤਾ ਮਾਫ਼ ਕਰਤਾ। ਅੱਛਾ ਜੀ, a very strong centralized political authority and a very weak provincial or local political authority। ਨਹੀਂ, ਜਿਹੜਾ ਆਪਣਾ ਲੋਕਲ ਲੈਵਲ 'ਤੇ ਨਾ ਜਗੀਰਦਾਰ ਹੁੰਦਾ ਸੀ, ਉਹ ਕਾਫੀ ਸਟਰੋਂਗ ਸੀ, ਉਹ ਵੀਕ ਨਹੀਂ ਸੀ। ਪਹਿਲਾ ਪੁਆਇੰਟ ਹੋ ਗਿਆ ਗਲਤ। ਠੀਕ ਹੈ ਜੀ, ਪਹਿਲਾ ਪੁਆਇੰਟ ਗਲਤ ਚੱਕ ਦਿਓ। ਤੁਸੀਂ ਕਰੈਕਟ ਆਨਸਰ ਲੱਭਣਾ ਆ, ਏ ਚੱਕ ਦਿਓ ਅਤੇ ਡੀ ਚੱਕ ਦਿਓ। ਤੀਜੇ ਨੂੰ ਛੱਡੋ, ਤੀਜਾ ਦੋਵਾਂ 'ਚ ਕਾਮਨ ਆ, ਦੂਜੇ ਨੂੰ ਪੜ੍ਹੋ। Emergence of administrative structure based on control and possession of land। ਹਾਂ ਜੀ, ਇਸ ਤਰ੍ਹਾਂ ਦਾ ਐਡਮਿਨਿਸਟ੍ਰੇਟਿਵ ਸਟਰਕਚਰ ਆਇਆ ਜਿਹੜਾ ਕਿ ਜਗੀਰਾਂ ਦੇ ਬੇਸ 'ਤੇ ਸੀ, ਜ਼ਮੀਨ ਦੀ ਮਲਕੀਅਤ ਦੇ ਬੇਸ 'ਤੇ ਸੀ। ਇਹ ਗੱਲ ਸਹੀ ਆ, ਹੈ ਨਾ। ਜ਼ਮੀਨ ਦੀ ਮਲਕੀਅਤ ਤੁਸੀਂ ਦੇ ਦਿੱਤੀ ਜਗੀਰਦਾਰ ਨੂੰ। ਦੂਜਾ ਪੁਆਇੰਟ ਸਹੀ ਆ। ਕ੍ਰੀਏਸ਼ਨ ਆਫ ਲਾਰਡ ਵਸਲ ਰਿਲੇਸ਼ਨਸ਼ਿਪ ਬਿਟਵੀਨ ਦਾ ਫਿਊਡਲ ਲਾਰਡ ਐਂਡ ਹਿਜ਼ ਓਵਰਲੋਡ। ਇਹ ਵੀ ਗੱਲ ਹੈ ਜੀ। ਦੇਖੋ ਨਾ, ਮੈਂ ਦੱਸਿਆ ਸੀ ਵੀ ਇੱਥੇ ਰਾਜਾ ਆ, ਉਹ ਕੀ ਹੋ ਗਿਆ ਤੁਹਾਡਾ ਓਵਰਲੋਡ, ਉਹਦੇ ਥੱਲੇ ਕੀ ਆ ਫਿਊਡਲ ਲਾਰਡ, ਉਹਦੇ ਥੱਲੇ ਕੀ ਆ ਕਿਸਾਨ, ਤੇ ਭਾਵ ਇਹਨਾਂ ਦੇ ਵਿੱਚ ਇੱਕ ਰਿਲੇਸ਼ਨ ਬਣ ਗਿਆ। ਇਹ ਗੱਲ ਸਮਝਣ ਲਈ ਸੀ, ਬਾਕੀ ਤਾਂ ਵੈਸੇ ਆਨਸਰ ਅਸੀਂ ਕੱਢ ਹੀ ਲਿਆ ਸੀ। ਆਨਸਰ ਹੈ ਜੀ ਬੀ। ਥੋੜ੍ਹਾ ਪੜ੍ਹ ਲੈਂਦੇ ਹਾਂ ਜੀ ਫਿਊਡਲ ਸਿਸਟਮ, ਜਗੀਰਦਾਰ ਸਿਸਟਮ ਨੂੰ। ਐਨੀ ਹੋ, ਮੈਨੂੰ ਇਹੀ ਗੱਲਾਂ ਸੀਗੀਆਂ ਜੋ ਇੱਥੇ ਸਮਝਾਤੀਆਂ ਮੈਂ ਨਾ, ਅਸੀਂ ਗੱਲਾਂ ਕਰ ਲਈਆਂ, ਇਹੀ ਗੱਲਾਂ ਸੀਗੀਆਂ। ਹੂ ਆਫ ਦਾ ਫੋਲੋਇੰਗ ਵਾਜ਼ ਪਰ ਇਕਨੋਮਿਕ ਕ੍ਰਿਟਿਕ ਆਫ ਕਲੋਨੀਅਲਿਜ਼ਮ ਇਨ ਇੰਡੀਆ। ਠੀਕ ਹੈ ਨਾ, ਜਦੋਂ ਭਾਰਤ 'ਤੇ ਅੰਗਰੇਜ਼ਾਂ ਦਾ ਰਾਜ ਸੀ, ਉਸ ਵੇਲੇ ਅੰਗਰੇਜ਼ਾਂ ਦੇ ਕਲੋਨੀਅਲਿਜ਼ਮ, ਬਸਤੀਵਾਦ ਦਾ ਇਕਨੋਮਿਕ ਕ੍ਰਿਟਿਕ, ਪਹਿਲੀ ਵਾਰ ਉਹ ਕਿਹੜੇ ਲੇਖਕ ਸੀ, ਉਹ ਕਿਹੜੇ ਵਿਦਵਾਨ ਸੀ ਜਿਨ੍ਹਾਂ ਨੇ ਇਹ ਥਿਊਰੀਆਂ ਦਿੱਤੀਆਂ ਵੀ ਕਿਸ ਤਰ੍ਹਾਂ ਭਾਰਤ ਨੂੰ ਆਰਥਿਕ ਰੂਪ ਵਿੱਚ ਗੁਲਾਮ ਬਣਾਇਆ ਜਾ ਰਿਹਾ ਆ, ਕਿਸ ਤਰ੍ਹਾਂ ਭਾਰਤ ਦੀ ਇਕਨੋਮਿਕ ਐਕਸਪਲੋਇਟੇਸ਼ਨ ਹੋ ਰਹੀ ਆ ਅੰਗਰੇਜ਼ਾਂ ਦੁਆਰਾ। ਮਾਡਰਨ ਹਿਸਟਰੀ ਪੜ੍ਹੀ ਹੋਏਗੀ। ਦਾਦਾ ਭਾਈ ਨਰੋਜੀ ਨੇ ਵੀ ਲਿਖਿਆ ਸੀ ਜੀ, ਇਕਨੋਮਿਕ ਕ੍ਰਿਟਿਕ ਕੀਤਾ ਜੀ। ਸੁਬਰਾਮਨੀਅਮ ਅਈਅਰ ਨੇ ਵੀ ਕੀਤਾ ਸੀ, ਆਰ.ਸੀ. ਦੱਤ ਨੇ ਵੀ ਕੀਤਾ ਸੀ। ਇਹ ਤਿੰਨੇ ਤਕੜੇ ਇਕਨੋਮਿਕ ਕ੍ਰਿਟਿਕ ਸੀਗੇ। ਆਰਥਿਕ ਇਹਨਾਂ ਨੇ ਟੀਕਾ ਟਿੱਪਣੀਆਂ ਕੀਤੀਆਂ ਵੀ ਅੰਗਰੇਜ਼ ਭਾਰਤ ਨੂੰ ਆਰਥਿਕਤਾ ਪੱਖੋਂ ਕਾਫੀ ਲੁੱਟ ਰਹੇ ਆ ਜੀ। ਠੀਕ ਹੈ ਜੀ, ਆਨਸਰ ਕੀ ਹੋ ਗਿਆ ਜੀ ਡੀ। ਤਿੰਨੇ ਆਨਸਰ ਸਹੀ ਆ। ਅੱਜ ਲਈ ਇੰਨਾ ਹੀ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।